तो ਆਪਾਂ दो तरह की वेव एज्यूम की है। ਹੁੰਦੀ दो तरह की है, ਕਿਹੜੀ ਕਿਹੜੀ? ਮਕੈਨੀਕਲ ਵੇਵ। ਉਹ ਕੀ ਕਰੀਏ ਇਹਨਾਂ ਨੂੰ ਦੇਣੀ ਆਪੀ ਰਿਫਲੈਕਸ਼ਨ ਆਫ ਵੇਵ ਦੇ ਵਿੱਚ ਅਸੀਂ ਕੀ ਨੋਟ ਕਰਦੇ ਆ ਕਿ ਦੋ ਤਰ੍ਹਾਂ ਦੀ ਵੇਵ ਹੈ ਮਕੈਨੀਕਲ। ਕਿਹੜੀ ਕਿਹੜੀ? ਲੌਂਗੀਟਿਊਡਨਲ ਵੇਵ ਤੇ ਟਰਾਂਸਵਰਸ ਵੇਵ। लॉन्गिट्यूडनल वेव ट्रैवल करती है कंप्रेशंस ते रेयर फैक्शंस ते, जद कि ट्रांसवर्स वेव ट्रैवल करती है क्रेस्ट ते ट्रफ दी फॉर्म। हुण शायद तुहानू याद होए क्योंकि 10th क्लास ਦੇ ਵਿੱਚ ਤੁਸੀਂ ਨਾ ਰਿਫਲੈਕਸ਼ਨ ਆਫ ਲਾਈਟ ਬਾਰੇ ਪੜ੍ਹਦੇ ਆ, ਔਰ ਉਹਦੇ 'ਚ ਇੱਕ ਤਾਂ ਤੁਸੀਂ ਲਾਅ ਪੜ੍ਹਦੇ ਆ। ਪਹਿਲਾ ਲਾਜ਼ ਆਫ ਰਿਫਲੈਕਸ਼ਨ ਦਾ ਪਹਿਲਾ ਲਾਅ ਹੈ ਜਿਹੜਾ ਕਿ I is equal to R, ਐਂਗਲ ਆਫ ਇਨਸੀਡੈਂਸ is equal to ਐਂਗਲ ਆਫ ਰਿਫਲੈਕਸ਼ਨ, ਹੈ ਨਾ। ਤੇ ਦੂਸਰਾ ਲਾਅ ਹੁੰਦਾ ਵਾ कि इंसीडेंट रे, रिफ्लेक्टेड रे, नॉर्मल, दे ऑल लाई इन द सेम प्लेन। तो ये लॉज ऑफ रिफ्लैक्शन है, और वो लॉज ऑफ रिफ्लैक्शन जिन्ना लाइटली एप्लीकेबल है उन्ना ही हर वेव लिए एप्लीकेबल है। तो चाहे EM वेव है तो चाहे वो मकैनिकल वेव है, तो वो बारे आपां गल नहीं करनी। ਹੁਣ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਉਹਦਾ ਪਿੱਛੇ ਬੈਕਗ੍ਰਾਉਂਡ ਕੀ ਹੈ ਤੁਹਾਨੂੰ ਯਾਦ ਹੋਏਗਾ। ਲਾਈਟ ਦੇ ਕੇਸ 'ਚ ਤੁਸੀਂ ਸਿਰਫ ਰਿਫਲੈਕਸ਼ਨ ਹੀ ਨਹੀਂ ਪੜ੍ਹੀ, ਰੀਫਰੈਕਸ਼ਨ ਵੀ ਪੜ੍ਹਦੇ ਆ। ਔਰ ਉਹਦੇ 'ਚ ਕੀ ਦੱਸਿਆ ਜਾਂਦਾ ਤੁਹਾਨੂੰ ਕਿ ਜਦੋਂ ਵੀ ਕੋਈ ਰੇ ਆਫ ਲਾਈਟ ਇੱਕ ਤੋਂ ਦੂਸਰੇ ਮੀਡੀਅਮ ਐਂਟਰ ਕਰਦੀ ਹੈ, ਹੁਣ ਇੱਕ ਤੋਂ ਦੂਸਰੇ ਮੀਡੀਅਮ मतलब दो डिफरेंट मीडिया नू सैपरेट करने वाली एक बाउंड्री हुंदी है। मतलब जिथे जाके एक मीडियम खत्म हो गया दूजा शुरू हो जाता है ना, बाउंड्री। तो जदों भी कोई रे ऑफ लाइट एक तो दूसरे मीडियम एंटर करती है, पाथ चेंज हो जाता, तो असीं कहने आ ये फिनोमिना रीफ्रैक्शन हो गई। हुण जे आपां क्योंकि वो कॉन्टैक्सट पढ़िया होया इस करके आपां उधरों भी इधर नूं शिफ्ट होना, तो उत्थों ये गल समझ होनी चाहिए है कि लाइट जिहड़ी है एक वेव है। जदों एक तो दूसरे मीडियम एंटर कीती तां मीडियम दे बदलण नाल उहदी वेलोसिटी बदल जाती है। और जिद्दां लाइट दी वेलोसिटी एक तो दूजे मीडियम च जाण ते बदलदी है ना, उदां ही हर वेव दी हुंदी है। क्यों? क्योंकि आप ये पढ़ते आ रहे हैं कल परसों के लैक्चर्स तो कि जिहड़ी मकैनिकल वेव है इहदी वेलोसिटी डिपेंड करती है नेचर ऑफ मीडियम ते। इहदा मतलब जदों इहने एक तो दूजे मीडियम जाना मकैनिकल वेव ने तो उहदी वेलोसिटी स्पीड बदल जानी। अच्छा, हुण हुंदा की है जदों लाइट वाला फिर टॉपिक आ गया, उत्थे ना तुहानूं याद होएगा एक टर्म आंदी है रेयर मीडियम, एक हुंदी है डेंसर। हुण रेयर और डेंसर दी उत्थे पहचान की दसी जाती है, याद है कुछ? रेयर जब लाइट जाती फिर एंगल जा रहा है। हाँ, एक तो एंगल दी टर्म च है ना। दूसरा पुत्र इनू इदां याद रखीदा कि अगर दो डिफरेंट मीडिया अलग मीडियम है, दोनों विचों एक मीडियम स्पीड ऑफ लाइट दूसरे नालों अलग होनी है। अलग का मतलब एक च ज्यादा होएगी, दूजे च घट होएगी। तो ये गल हमेशा लिए याद रख लो कि अगर दो डिफरेंट मीडिया वा, दोनों विचों जिस मीडियम दे अंदर स्पीड ऑफ लाइट ज्यादा वा, मोर है, वो रेयर मीडियम हुंदा, और जिहदे च घट हुंदी है वो डेंसर मीडियम हुंदा।
ਉਹ ਤੁਸੀਂ ਜਿਹੜੀ ਗੱਲ ਯਾਦ ਰੱਖੀ ਹੈ ਨਾ, ਉਹ ਐਂਗਲ ਦੀ ਟਰਮ 'ਚ ਰੱਖੀ ਹੈ ਕਿ ਟੂਵਰਡਸ ਦਾ ਨਾਰਮਲ ਬੈਂਡ ਹੋਣੀ ਕਿ ਅਵੇ ਵਾਲਾ, ਬਟ ਉਹ ਵੀ ਗੱਲ ਠੀਕ ਹੈ। ਬਟ ਬੇਸਿਕ ਗੱਲ ਕੀ ਹੈ ਕਿ ਦੋ ਡਿਫਰੈਂਟ ਮੀਡੀਆ ਚੋਂ ਰੇਅਰਰ ਕਿਹਨੂੰ ਕਹਿਣਾ, ਜਿਹਦੇ ਅੰਦਰ ਸਪੀਡ ਆਫ ਲਾਈਟ ਜ਼ਿਆਦਾ ਵਾ, ਦੂਸਰਾ ਡੈਂਸਰ ਹੋ ਗਿਆ, ਘੱਟ ਵਾਲਾ। ਤੋ ਹੁਣ ਪੁੱਤਰ ਇਦਾਂ ਹੀ ਇੱਥੇ ਹੁੰਦਾ ਵੀ ਮਕੈਨੀਕਲ ਵੇਵ ਜਦੋਂ ਇੱਕ ਤੋਂ ਦੂਸਰੇ ਮੀਡੀਅਮ ਐਂਟਰ ਕਰੇਗੀ ਤਾਂ ਸਪੀਡ ਆਫ ਲਾਈਟ ਸਪੀਡ ਆਫ ਵੇਵ ਜਿਹਦੇ ਚ ਜ਼ਿਆਦਾ ਹੋਏਗੀ ਉਹ ਰੇਅਰਰ ਹੈ, ਜਿਹਦੇ ਚ ਘੱਟ ਹੋਏਗੀ ਉਹ ਡੈਂਸਰ ਹੋਏਗਾ। ਔਰ ਜਿੱਦਾਂ ਆਪਾਂ ਕੱਲ ਗੱਲ ਕੀਤੀ ਹੈ ਕਿ ਅਗਰ ਗੈਸ ਹੈ, ਲਿਕੁਇਡ ਹੈ, ਸੋਲਿਡ ਹੈ, ਸਭ ਤੋਂ ਜ਼ਿਆਦਾ ਮਕੈਨੀਕਲ ਵੇਵ ਦੀ ਸਪੀਡ ਸੋਲਿਡ 'ਚ ਹੁੰਦੀ, ਉਸ ਤੋਂ ਘੱਟ ਲਿਕੁਇਡ 'ਚ। ਇਹਦਾ ਮਤਲਬ ਜੇ ਮੰਨ ਲਓ ਤੁਹਾਨੂੰ ਕੋਈ ਕਵੇ ਕਿ ਮਕੈਨੀਕਲ ਵੇਵ ਪਾਣੀ 'ਚੋਂ ਨਿਕਲ ਕੇ ਗਲਾਸ 'ਚ ਐਂਟਰ ਕਰ ਗਈ, ਹੁਣ ਪਾਣੀ ਲਿਕੁਇਡ ਹੈ, ਗਲਾਸ ਸੋਲਿਡ ਹੈ, ਤੋ ਇਹਦਾ ਮਤਲਬ ਦੋਨਾਂ ਚੋਂ ਰੇਅਰਰ ਕਿਹੜਾ ਵਾ, ਗਲਾਸ ਹੈ। ਸਪੀਡ ਮਕੈਨੀਕਲ ਵੇਵ ਦੀ ਗਲਾਸ 'ਚ ਜ਼ਿਆਦਾ ਵਾ ਤੇ ਲਿਕੁਇਡ 'ਚ ਘੱਟ ਹੁੰਦੀ ਨਾ। ਸੋ ਮਤਲਬ ਕੋਈ ਵੀ ਜਿਹੜੀ ਵੇਵ ਹੈ ਉਹਦੀ ਸਪੀਡ ਰੇਅਰਰ ਮੀਡੀਅਮ 'ਚ ਜ਼ਿਆਦਾ ਵਾ, ਜਾਂ ਜਿਹੜੇ ਮੀਡੀਅਮ 'ਚ ਜ਼ਿਆਦਾ ਉਹ ਰੇਅਰਰ ਹੈ, ਦੂਸਰਾ ਡੈਂਸਰ ਹੈ। ਇਹ ਗੱਲ ਭੁੱਲਣੀ ਨਹੀਂ, ਕਿਸੇ ਵੀ ਵੇਵ ਲਈ ਇਹ ਐਪਲੀਕੇਬਲ ਹੈ ਕੰਸੈਪਟ। ਹੁਣ ਆਨੇ ਆ ਅਗਲੀ ਗੱਲ। ਹੁਣ ਹੁੰਦਾ ਕੀ ਹੈ, ਜਦੋਂ ਅਸੀਂ ਰਿਫਲੈਕਸ਼ਨ ਆਫ ਲਾਈਟ ਬਾਰੇ ਪੜ੍ਹਦੇ ਹਾਂ, ਉਹ ਇੱਕ ਅਲੱਗ ਟੌਪਿਕ ਪੜ੍ਹਾਇਆ ਜਾਂਦਾ, ਫਿਰ ਰੀਫਰੈਕਸ਼ਨ ਆਫ ਲਾਈਟ ਬਾਰੇ ਦੱਸਿਆ ਜਾਂਦਾ, ਤਾਂ ਸਾਨੂੰ ਇਦਾਂ ਲੱਗਦਾ ਵਾ ਕਿ ਇਹ ਦੋਨੋਂ ਫਿਨੋਮੀਨਾ ਅਲੱਗ-ਅਲੱਗ ਹੋਣੇ ਆ, ਪਰ ਇਦਾਂ ਨਹੀਂ ਹੈ, ਇਦਾਂ ਨਹੀਂ ਹੈ। ਹੁਣ ਜਿੱਦਾਂ ਜਦੋਂ ਤੁਸੀਂ ਆਹ ਗਲਾਸ ਦੇ ਸਾਹਮਣੇ ਖੜੇ ਹੁੰਨੇ ਆ ਤਾਂ ਤੁਹਾਨੂੰ ਹਲਕੀ ਜਿਹੀ ਫੇਂਟ ਜਿਹੀ ਆਪਣੀ ਇਮੇਜ ਨਜ਼ਰ ਆਉਂਦੀ ਹੈ, ਤੇ ਇਹਦੇ ਆਰ ਪਾਰ ਵੀ ਦੇਖ ਸਕਦੇ ਆ, ਠੀਕ ਹੈ। ਤੋ ਜਿਹੜੀ ਤੁਹਾਨੂੰ ਫੇਂਟ ਇਮੇਜ ਇਹਦੇ ਚ ਨਜ਼ਰ ਆ ਰਹੀ ਹੈ ਉਹ ਰਿਫਲੈਕਸ਼ਨ ਕਰਕੇ ਹੈ, ਤੇ ਆਰ ਪਾਰ ਰੀਫਰੈਕਸ਼ਨ ਵਾਲਾ ਕੰਸੈਪਟ ਆ ਗਿਆ। ਤੋ ਰਿਫਲੈਕਸ਼ਨ ਤੇ ਰੀਫਰੈਕਸ਼ਨ ਇਕੱਠੇ ਵੀ ਹੋ ਸਕਦੇ। ਤੋ ਅਗਰ ਮੈਂ ਤੁਹਾਨੂੰ ਇਹਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਮੰਨ ਲਓ ਆਹ ਲਾਈਨ ਹੈ ਇੱਕ ਬਾਉਂਡਰੀ, ਆਹ ਮੀਡੀਅਮ ਨੰਬਰ 1 ਹੈ, ਇਹ ਨੰਬਰ 2। अगर कोई वेव इस तरह जा रही है, बाउंड्री पे पहुंच के इस वेव ਦੀ ਕਿਸਮਤ ਚ ਕੀ ਲਿਖਿਆ ਹੋਊਗਾ ਕਿ 2 ਚ ਚੱਲ ਜਾਊ ਕਿ 1 ਚ ਆ ਜਾਊ, ਕੀ ਹੋਊ। तो ਇਦਾਂ ਵੀ ਹੋ ਸਕਦਾ, ਉਹ ਸਿਚੁਏਸ਼ਨ ਤੇ ਡਿਪੈਂਡ ਕਰੂ ਕਿ ਆ ਵੇਵ ਬਾਉਂਡਰੀ ਤੋਂ ਪੂਰੀ ਦੀ ਪੂਰੀ ਵਾਪਸ ਆ ਜਾਏ, ਤਾਂ ਆਪਾਂ ਕਹਾਂਗੇ ਟੋਟਲ ਰਿਫਲੈਕਸ਼ਨ ਹੋ ਗਈ। ਇਦਾਂ ਵੀ ਹੋ ਸਕਦਾ ਕਿ ਇਹ ਵੇਵ ਪੂਰੀ ਦੀ ਪੂਰੀ ਇਦਾਂ ਚੱਲ ਜਾਏ, ਅਸੀਂ ਕਹਾਂਗੇ ਰੀਫਰੈਕਸ਼ਨ ਹੋ ਗਈ ਟੋਟਲ। ਪਰ ਇਦਾਂ ਵੀ ਹੋ ਸਕਦਾ ਕਿ ਕੁਝ ਹਿੱਸਾ ਵਾਪਸ ਮੁੜਿਆ ਆਇਆ, ਕੁਝ ਹਿੱਸਾ ਅੱਗੇ ਚਲਾ ਗਿਆ। तो ਇਹ ਨਾ ਸਮਝਿਓ ਵੀ ਜਾਂ ਪੂਰੀ ਰਿਫਲੈਕਸ਼ਨ ਹੀ ਹੋਣੀ ਜਾਂ ਪੂਰੀ ਰੀਫਰੈਕਸ਼ਨ ਹੋਣੀ, ਇਦਾਂ ਨਹੀਂ ਹੁੰਦਾ। तो दोनों पॉसिबिलिटीज भी होंगी। ਹੁਣ ਆ ਰਿਫਲੈਕਟਡ ਪਾਰਟ ਹੈ, ਇਹ ਰੀਫਰੈਕਟਡ ਪਾਰਟ ਹੈ। ਔਰ ਇੱਥੋਂ ਇੱਕ ਗੱਲ ਸਮਝ ਆਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਵੇਵ ਹੋਮੋਜੀਨੀਅਸ ਮੀਡੀਅਮ ਸਮਝਦੇ ਆ, ਸੇਮ ਮੀਡੀਅਮ, ਹਾਲਾਤ ਇੱਕੋ ਜਿਹੇ ਹੈ, ਉਹਦੇ ਚ ਤਾਂ ਵੇਵ ਨੇ ਹਮੇਸ਼ਾ ਅੱਗੇ ਵਧੀ ਜਾਣਾ ਬਿਨਾਂ ਰਸਤਾ ਚੇਂਜ ਕੀਤੇ। ਜਿੱਥੇ ਹੀ ਬਾਉਂਡਰੀ ਆਣੀ ਹੈ, ਬਾਉਂਡਰੀ ਦਾ ਮਤਲਬ ਜਿੱਥੇ ਹੀ ਮੀਡੀਅਮ ਚੇਂਜ ਹੋਣਾ, ਤਾਂ ਬਾਉਂਡਰੀ ਉੱਤੇ ਉੱਪਰ ਪਹੁੰਚ ਕੇ ਵੇਵ ਦਾ ਕੁਝ ਹਿੱਸਾ ਵਾਪਸ ਆ ਜਾਣਾ ਔਰ ਕੁਝ ਅੱਗੇ ਚੱਲ ਜਾਣਾ। ਜਿਹੜਾ ਵਾਪਸ ਆਇਆ ਹਿੱਸਾ ਉਹ ਹੈ ਰਿਫਲੈਕਟਡ ਪਾਰਟ, ਔਰ ਇੱਥੇ ਆ ਰਿਫਲੈਕਟਡ ਪਾਰਟ ਹੈ, ਇਹ ਰਿਫਲੈਕਟਡ ਪਾਰਟ ਹੈ ਪੁੱਤਰ। तो ਹੁਣ ਰਿਫਲੈਕਸ਼ਨ ਹਮੇਸ਼ਾ ਕਿੱਥੇ ਹੋਣੀ ਹੈ, ਬਾਉਂਡਰੀ ਤੇ ਪਹੁੰਚ ਕੇ, ਬਾਉਂਡਰੀ ਤੇ ਪਹੁੰਚ ਕੇ ਰਿਫਲੈਕਸ਼ਨ ਹੋਣੀ ਹੈ। ਸੋ ਹੁਣ ਦਿਮਾਗ 'ਚ ਗੱਲ ਬਿਠਾ ਲੈਣੀ ਹੈ ਕਿ ਜਦੋਂ ਵੀ ਕੋਈ ਵੇਵ
ਇੱਕ ਤੋਂ ਦੂਸਰੇ ਮੀਡੀਅਮ ਜਾ ਰਹੀ ਹੈ ਤਾਂ ਬਾਉਂਡਰੀ ਤੇ ਪਹੁੰਚ ਕੇ ਕੁਝ ਹਿੱਸਾ ਵਾਪਸ ਆਣਾ ਹੀ ਆਣਾ। ਉਹ ਥੋੜਾ ਵੀ ਹੋ ਸਕਦਾ, ਪੂਰਾ ਵੀ ਹੋ ਸਕਦਾ, ਉਹ ਸਿਚੁਏਸ਼ਨ ਤੇ ਡਿਪੈਂਡ ਕਰੇਗਾ। ਹੁਣ ਆ ਜਿਹੜਾ ਰਿਫਲੈਕਟਡ ਪਾਰਟ ਹੈ, ਰਿਫਲੈਕਸ਼ਨ ਆਫ ਵੇਵ, ਹੁਣ ਇਹਦੇ ਬਾਰੇ ਥੋੜਾ ਵਿਚਾਰ ਕਰਨਾ ਆਪਾਂ। ਤੋਂ ਇੱਥੋਂ ਗੱਲ ਕੀ ਸਮਝੀ ਆਪਾਂ, ਲਿਖਣਾ ਸ਼ੁਰੂ ਕਰੋ। In a homogeneous medium, a wave always propagates in the forward direction but when it reaches the boundary, ब्रैकेट लिख लो, separating two different media। बाउंड्री की है, दो अलग मीडियम ਨੂੰ जुदा ਕਰਨ वाली है ना। A part of incident wave is reflected and other part is refracted। ठीक है। if reflection takes place ਇੱਥੇ ਰੁਕ ਜਾਓ, ਹੁਣ ਦੋ ਹਾਲਾਤ ਆਉਣ ਲੱਗੇ ਆ ਪੁੱਤਰ। ਹੁਣ ਆ ਜਿਹੜੀ ਰਿਫਲੈਕਸ਼ਨ ਹੋ ਰਹੀ ਹੈ, ਇਹ ਉਸ ਬਾਉਂਡਰੀ ਤੋਂ ਹੋ ਰਹੀ ਹੈ ਜਿਹਨੇ ਦੋ ਅਲੱਗ ਮੀਡੀਅਮ ਨੂੰ ਜੁਦਾ ਕਰਤਾ। ਹੁਣ ਦੋਨਾਂ ਵਿੱਚੋਂ ਇਦਾਂ ਹੋ ਸਕਦਾ ਇਸ ਸਿਚੁਏਸ਼ਨ ਹੈ ਨਾ। ਜੇ ਆ ਸਿਚੁਏਸ਼ਨ ਹੈ ਨਾ ਤਾਂ ਅਸੀਂ ਕਹਾਂਗੇ ਜਿਹੜੀ ਰਿਫਲੈਕਸ਼ਨ ਹੋ ਰਹੀ ਹੈ ਫਰੋਮ ਡੈਂਸਰ ਮੀਡੀਅਮ ਹੋ ਰਹੀ ਹੈ, ਵੀ ਡੈਂਸਰ ਮੀਡੀਅਮ ਮੋੜ ਰਿਹਾ, ਇਹ ਰਿਫਲੈਕਸ਼ਨ ਫਰੋਮ ਡੈਂਸਰ ਹੈ। ਡੈਂਸਰ ਵੀ ਕਹਿ ਸਕਦੇ ਹਾਂ, ਸਾਡੀ ਜਿਹੜੀ ਲਾਈਟ ਵਾਲੀ ਭਾਸ਼ਾ, ਉਹਦੀ ਜਗ੍ਹਾ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਫਿਕਸਡ ਵੀ ਕਹਿ ਸਕਦੇ। ਠੀਕ ਹੈ। ਹੁਣ ਜਦੋਂ ਵੀ ਕਿਸੇ ਰੇ ਨੇ ਰਿਫਲੈਕਟ ਹੋਣਾ ਕਿੱਥੋਂ, ਡੈਂਸਰ ਤੋਂ ਜਾਂ ਫਿਕਸਡ ਤੋਂ, ਤਾਂ ਕੀ ਹੋਣਾ। ਹੁਣ ਇਹ ਵੇਵ ਦੀ ਨੇਚਰ ਕੀ ਹੋ ਸਕਦੀ ਹੈ, ਧਿਆਨ ਨਾਲ। ਇਹ ਵੇਵ ਜਾਂ ਹੋ ਸਕਦੀ ਹੈ ਲੌਂਗੀਟਿਊਡਨਲ ਵੇਵ ਜਾਂ ਹੋ ਸਕਦੀ ਹੈ ਟ੍ਰਾਂਸਵਰਸ ਵੇਵ। ਜੇ ਲੌਂਗੀਟਿਊਡਨਲ ਵੇਵ ਹੈ ਤਾਂ ਕੰਪਰੈਸ਼ਨ ਰੇਅਰਫੈਕਸ਼ਨਸ ਹੈ, ਜੇ ਟ੍ਰਾਂਸਵਰਸ ਵੇਵ ਹੈ ਤਾਂ ਕ੍ਰੈਸਟ ਤੇ ਟਰਫ ਹੈ। ਠੀਕ ਹੈ। ਹੁਣ ਹੋਣਾ ਕੀ ਹੈ, ਧਿਆਨ ਕੀ ਦੇਣ ਵਾਲੀ ਗੱਲ ਸਿਰਫ ਇੱਕ ਲਾਈਨ ਦੀ ਹੈ, ਜ਼ਿਆਦਾ ਉਹ ਇਹ ਹੈ ਪੁੱਤਰ, ਅਗਰ ਤੁਹਾਡੀ ਰੇ ਰਿਫਲੈਕਟ ਹੋ ਰਹੀ ਹੈ ਫਰੋਮ ਡੈਂਸਰ ਮੀਡੀਅਮ, ਤਾਂ ਜੇ ਟਕਰਾਉਣ ਵੇਲੇ ਕ੍ਰੈਸਟ ਸੀ ਤਾਂ ਵਾਪਸੀ ਵੇਲੇ ਉਹ ਟਰਫ ਬਣ ਜਾਣੀ। मतलब जान वेले क्रेस्ट है, तभी वापस वेले ਉਹਦੀ ਵਾਪਸੀ ਜਿਹੜੀ ਹੈ ਰਿਫਲੈਕਸ਼ਨ ਚ ਉਹ ਟਰਫ ਹੋਣੀ। ਜੇ ਜਾਣ ਵੇਲੇ ਟਰਫ ਹੈ ਤਾਂ ਵਾਪਸੀ ਕ੍ਰੈਸਟ ਹੋਣੀ ਹੈ। ਜੇ ਜਾਣ ਵੇਲੇ
कंप्रेशन है तो वापसी रेयर फैक्शन होनी, जे जान वेले रेयर फैक्शन है तो वापसी कंप्रेशन होनी है। हुण जे मैं इत्थे आपां इदां गल समझिए, आ है क्रैस्ट, इनू एंगल दी टर्म च दसीए तो 0 तो 180 डिग्री, और आ है ट्रफ, तो आ एंगल है 90 डिग्री का, आ एंगल है 270 डिग्री का। क्रेस्ट और ट्रफ च कितना फेज डिफरेंस है? 180 डिग्री। तो आपां हुण इहनूं एक लाइन दी भाषा च किदां लिखना कि की लिखिया? If reflection takes place, number 1, at denser medium, brackets की लिख लेना fixed, then reflected wave has a phase difference of 180 degree with incident wave. और ਇਹਦਾ मतलब ਕੀ है कि crest is reflected as trough, है ना? अपने आप ਨੂੰ ਸਮਝਾਉਣ ਲਈ ਇਹ ਭਾਸ਼ਾ ਲਿਖ ਲਓ ਨਾਲ, crest is reflected as trough, और trough is reflected as crest। इतना ही कंप्रेशन रेयर फैक्शन वाला भी जोड़ सकते हैं, और कंप्रेशन इज रिफ्लेक्टेड एज रेयर फैक्शन इज रिफ्लेक्टेड एज कंप्रेशन। ਹੁਣ ਇਹ ਜਿਹੜੇ ਆਪਾਂ 15-20 ਮਿੰਟ ਹੋ ਗਏ ਆ ਬੋਲਦਿਆਂ ਨੂੰ ਨਾ, ਕੰਮ ਦੀ ਗੱਲ ਜਿਹੜੀ ਨਿਕਲੀ ਹੈ ਉਹ ਇੰਨੀ ਹੈ ਕਿ ਅਗਰ ਕੋਈ ਵੇਵ ਡੈਂਸਰ ਜਾਂ ਕਿਹੜੇ ਮੀਡੀਅਮ ਚੋਂ ਫਿਕਸਡ ਬਾਉਂਡਰੀ ਤੋਂ ਰਿਫਲੈਕਟ ਹੋਏ ਤਾਂ ਰਿਫਲੈਕਟਡ ਵੇਵ ਔਰ ਇਨਸੀਡੈਂਟ ਵੇਵ ਚ ਕਿੰਨਾ ਫੇਜ਼ ਡਿਫਰੈਂਸ ਹੁੰਦਾ? 180 ਡਿਗਰੀ। ਉਹਦਾ ਫੇਜ਼ ਚੇਂਜ ਕਰ ਜਾਂਦਾ ਬਾय 180 डिग्री। क्रैस्ट ट्रफ हो जाती, ट्रफ क्रैस्ट हो जाती है ना। तो ये है असली गल जी। और दूसरा पार्ट लिखो, और जे एट रेयर मीडियम, सेकंड पार्ट करना, जे रिफ्लेक्शन हो रही है रेयर तो, देन बोथ reflected and incident waves are of same phase. Same phase. ब्रैकेट से लिख लो, फेज डिफरेंस 0 हो गया, और फेज डिफरेंस 0 हो गया, सेम फेज हो गया। ਇਹਦਾ मीनिंग ਕੀ ਹੈ ਪੁੱਤਰ? क्रेस्ट मुड़ के भी क्रेस्ट ही रहनी है, ट्रफ मुड़ के भी ट्रफ ही रहनी है। तो ये सारे केस ਨੂੰ ਅਸੀਂ डायग्राम के रूप च याद रखने का तरीका की है ਸਾਡੇ ਲਈ सौखा, ताकि ये डेंसर या फिक्स्ड। तो अगर आ क्रेस्ट है तो आ ट्रफ है, अगर ये ट्रफ है आ क्रेस्ट है। अगर कंप्रेशन है तो डायग्राम देख के आसानी ना समझ आएंगे, आ रेयर फैक्शन है। अगर आ रेयर फैक्शन है, कंप्रेशन। और इधर आ जाओ, रेयर और फ्री। फिक्स्ड
ਫਿਕਸਡ ਦੇ ਨਾਲ ਤੀਸਰੀ ਟਰਮ ਕਲੋਜ਼ਡ ਵੀ ਕਹਿ ਸਕਦੇ ਹਾਂ, ਫ੍ਰੀ ਦੇ ਨਾਲ ਤੀਸਰੀ ਟਰਮ ਓਪਨ ਵੀ ਕਹਿ ਸਕਦੇ ਹਾਂ। ਤੀਸਰੀ ਟਰਮ ਇਹਦੇ ਚ ਕ੍ਰੈਸਟ ਹੈ, ਜੇ ट्रफ इंसिडेंट है तो ट्रफ ही वापसी है, जे कंप्रेशन है जे रेयर फ्रैक्शन है नो। ये दो रिजल्ट्स है, बना लो सौखा होगा ਤੁਹਾਡੇ ਲਈ। ये रिफ्लेक्शन फ्रॉम डेंसर है, ये रिफ्लेक्शन फ्रॉम वेव है। अच्छा हुन बेटा फिर देखो, फिर नोट करके लिखियो, ये थोड़े लिए है गल, नोट करके लिखो। आ देखियो बेटा, इसको बात समझो, नोट करके ये आले आधा खत्म हो गया टॉपिक। अगर वेव वेलोसिटी v है तो न्यू लैम्डा भी लिख सकते हैं, ओमेगा बाय के भी लिख सकते हैं। के दी वैल्यू ते ओमेगा 2 पाई बाय टाइम पीरियड भी हुंदा ही है ना, टी टाइम पीरियड। हुन देखो, डिस्टेंस कवर्ड बाय वेव, नहीं ये नोट ची गल तुहानू समझाउण दा तरीका बस। डिस्टेंस कवर्ड बाय वेव इन टाइम स्मॉल t। हुण जदों बेटा वेलोसिटी कांस्टेंट होए तां आपां वेलोसिटी या स्पीड नू डिस्टेंस ओवर टाइम लिख सकते हैं। फिर डिस्टेंस की लिख सकते हैं, डिस्टेंस लिख सकते हैं वेलोसिटी इनटू टाइम लिख सकते हैं। भी एक वेव ने टी टाइम च कितना डिस्टेंस कवर करना, vt। अच्छा अगर मैं कहूं
T/4 ਚ ਕਿੰਨਾ ਡਿਸਟੈਂਸ ਕਵਰ ਕਰੂ? ਤੁਸੀਂ ਕਹਿਣਾ V into T/4। ਅੱਛਾ, V ਦੀ ਵੈਲਿਊ ਕੀ ਹੈ? ਇਹ ਸਿਰਫ ਤੁਹਾਡੇ ਸਮਝਾਉਣ ਲਈ ਆ ਵੀ। ਹੁਣ ਬੇਟਾ ओमेगा ਦੀ ਜਗ੍ਹਾ ਕੀ ਲਿਖ ਸਕਦੇ ਆ ਆਪਾਂ? 2π/T और K ਦੀ ਜਗ੍ਹਾ 2π into T/4। मतलब एक वेव कैपिटल T/4 1/4 ऑफ टाइम पीरियड कितना डिस्टेंस कवर कर दी है। फिर T/2 च कितना करू? λ/2। समझ आ गई गल? चलो वधिया है। उन्हें भुलियो ना पुत्र। अच्छा हुण आ भी गल याद रखनी है तुसी। हो गया नोट? आ देखो ये भी एक तरह की रेपिटेशन ही है। ये आ मैं की कर लगा क्लैरिटी लई तो एक वेव बनाती। आ लैम्डा वा, फिर आ की हो गया λ/4 इदा आ गई। अच्छा हुण अगर थानू कोई कहे कि जे स्टार्टिंग च वेव इदा आ ਤਾਂ ਹੁਣ ਕਿੱਥੇ ਪਹੁੰਚ ਜਾਣੀ ਹੈ ਵੇਵ? ਕਿੰਨਾ ਅੱਗੇ ਵੱਧ ਜਾਣੀ? ਇਹਦਾ ਮਤਲਬ ਆ ਜਿਹੜੀ ਵੇਵ ਹੈ ਇਹ ਇਸ ਟਾਈਮ ਤੇ ਇਦਾਂ ਹੋ ਜਾਣੀ ਹੈ ਕਿਉਂਕਿ ਇਹਨੇ ਅੱਗੇ ਨੂੰ ਚਲਾ ਜਾਣਾ ਔਰ ਇੱਥੇ ਇਦਾਂ ਹੋ ਜਾਣੀ ਹੈ ਨਾ। ਹੁਣ ਜੇ ਮੰਨ ਲਓ ਸਾਡੇ ਕੋਲ ਜਗ੍ਹਾ ਹੀ ਇੰਨੀ ਦੇਖਣ ਲਈ ਹੈ ਬਸ ਤਾਂ ਫੇਰ ਆਪਾਂ ਅੱਗੇ ਜਿਹੜੀ ਭੇਜੀ ਹੈ ਤਾਂ ਉਹਨਾਂ ਨੂੰ ਕੰਪਲੀਟ ਪਿੱਛੇ ਨੂੰ ਵੀ ਕਰ ਦੇਣਾ। मतलब जे ਆਪਾਂ ਫਿਕਸਡ ਸਪੇਸ 'ਚ ਇਹਨੂੰ ਦੇਖ ਰਹੇ ਹਾਂ ਫਿਰ ਆ ਨਜ਼ਰ ਆਣਾ ਤੁਹਾਨੂੰ। ਜੇ ਓਪਨ ਸਪੇਸ 'ਚ ਦੇਖ ਰਹੇ ਹਾਂ ਇੱਕ ਤਰ੍ਹਾਂ ਨਾਲ ਵੀ ਇਹ ਜਾ ਰਹੀ ਅੱਗੇ ਫਿਰ ਆ ਨਜ਼ਰ ਆਣਾ ਸੀ। ਇਹਦਾ ਮਤਲਬ ਗਿਵਨ ਪਲੇਸ ਤੇ ਜਿਹੜੀ ਵੇਵ ਹੈ ਕਿਉਂਕਿ ਵੇਵ ਇੱਕ ਤਾਂ ਹੋਣੀ ਨਹੀਂ ਕੰਟੀਨਿਊਸ ਚੇਨ ਬਣੀ ਹੈ ਤਾਂ ਇਸ ਕਰਕੇ ਜੇ ਸਾਨੂੰ ਗਿਵਨ ਸਕਰੀਨ ਦੇ ਉੱਪਰ ਕਹਿ ਲਓ ਮੋਬਾਈਲ ਦੀ ਸਕਰੀਨ ਤੇ ਜੇ ਹੁਣ ਆ ਨਜ਼ਰ ਆਈ ਹੈ ਤਾਂ ਇੰਨੇ ਟਾਈਮ ਬਾਅਦ ਇਦਾਂ ਨਜ਼ਰ ਆਣੀ ਹੈ ਇੰਨੇ ਟਾਈਮ ਬਾਅਦ ਆ ਨਜ਼ਰ ਆਣੀ ਹੈ ਕਿਉਂਕਿ ਅੱਗੇ ਨੂੰ ਵੱਧ ਰਹੀ ਹੈ ਤਾਂ ਪਿੱਛੋਂ ਵੀ ਸਪਲਾਈ ਆ ਰਹੀ ਸੀ ਨਾ। ਸੋ ਆ ਸਿਚੁਏਸ਼ਨ यूज होनी है इस करके इनू समझाया वा। जे समझ आ गई है तो नोट कर लो ये भी रफ पता लग गया है क्योंकि इस तो बाद जेडे कंसेप्ट आना ना वो एग्जाम च आना ही आना साडे लई इंपॉर्टेंट बहुत है।
ਹੁਣ ਲਿਖੋ ਹੈਡਿੰਗ ਸੁਪਰਪੋਜੀਸ਼ਨ ਆਫ ਵੇਵਸ। तो सुपरपोजिशन ऑफ वेव्स, ये उत्थे एप्लीकेबल होना प्रिंसीपल जिथे इको मीडियम इको टाइम ते दो या दो तो ज्यादा वेव्स होंगी सुपर इंपोज, एक दूसरे नाल ऐड होना मिलना। तो सुपरपोजिशन ऑफ वेव्स, तो लिखो when two or more than two waves are propagating through a given medium simultaneously, then resultant displacement of the vibrating particle at any time t is given by हम देखो कल ਆਪਾਂ ਇੱਕ ਇਕੁਏਸ਼ਨ ਡਿਰਾਈਵ ਕੀਤੀ ਸੀ, ਇਕੁਏਸ਼ਨ ਆਫ ਪ੍ਰੋਗਰੈਸਿਵ ਵੇਵ ਕੀਤੀ ਸੀ, y is equal to r sin omega t minus kx। y ਕੀ ਸੀ ਉਹ ਚ ਵੀ ਜਦੋਂ ਵੇਵ ਲੰਘ ਰਹੀ ਹੈ ਤਾਂ ਉਸ ਵੇਵ ਦੇ ਲੰਘਣ ਕਰਕੇ ਕਿਸੇ ਇੱਕ ਵਾਈਬ੍ਰੇਟਿੰਗ ਪਾਰਟੀਕਲ, ਕਿਉਂਕਿ ਉਹ y ਦੇ ਨਾਲ ਬ੍ਰੈਕਟ ਚ x ਔਰ t ਲਿਖਿਆ ਸੀ ਨਾ, ਮਤਲਬ ਉਹ y ਕਿਹੜੇ ਪਾਰਟੀਕਲ ਦੀ, ਵਾਈਬ੍ਰੇਟਿੰਗ ਪਾਰਟੀਕਲ ਦੀ ਡਿਸਪਲੇਸਮੈਂਟ ਸੀ ਜਿਹੜਾ ओरिजिन तो x डिस्टेंस ते सी। तो किसी भी पार्टिकल दी डिस्प्लेसमेंट आपां y नाल लिखी सी, उत्थे हैगी इको वेव सी, इस करके y उस पार्टिकल दी डिस्प्लेसमेंट सी। पर इत्थे कितनियां वेव्स लंघ रही हैं? दो या दो तो ज्यादा। हुण हर वेव जदों लंघेगी तो गिवन पार्टिकल नू डिस्प्लेस करेगी। तो अगर आप कह दीए कि जिहड़ा पार्टिकल है पहली वेव करके उसकी डिस्प्लेसमेंट है y1 और दूसरी वेव करके y2, तीसरी वेव करके y3, चौथी वेव करके y4 एंड सो ऑन। तो जे चारों या सारियां वेव्स इकट्ठियां जा रही होन तो ਇਹਦਾ मतलब टोटल डिस्प्लेसमेंट कितनी होएगी उस पार्टिकल दी? ये सारियां डिस्प्लेसमेंट्स दा वेक्टर सम ले लेना, क्योंकि डिस्प्लेसमेंट इज ए वेक्टर क्वांटिटी। तो जदों भी किसी भी मीडियम च दो या दो तो ज्यादा वेव्स इको टाइम ते लंघन तां उस मीडियम के किसी भी वाइब्रेटिंग पार्टिकल की जिहड़ी टोटल डिस्प्लेसमेंट है वो कितना आनी है? कली कली वेव दे करके जो डिस्प्लेसमेंट पैदा होनी सी उन्हां दे वेक्टर सम के बराबर। तो की लिखे आपां खत्म किथे कीती लाइन? is given by या इज गिवन बाय ना करियो, इज इक्वल टू कर लो, पहला आप स्टेटमेंट पूरी कर लीजिए फिर एक्सप्रेशन लिखना है। इज इक्वल टू
vector sum of displacements of the given particle due to individual waves. तो कली कली वेव दी डिस्प्लेसमेंट्स दे वेक्टर सम दे बराबर है। तो हुण लिख लो y इज इक्वल टू, और इस गल नूं पक्का करन लई भी ये वेक्टर सम है, इत्थे एरो भी पा सकदे हां। ਵੈਕਟਰ ਸਮ ਦਾ ਮਤਲਬ ਹੈ ਡਾਇਰੈਕਸ਼ਨ ਨੂੰ ਵੀ ਕੰਸੀਡਰ ਕਰਨਾ। ਹੁਣ ਤੁਸੀਂ ਦੇਖ ਰਹੇ ਆ ਕਿ ਵੇਵ ਦੀਆਂ ਜਿਹੜੀ ਡਾਇਰੈਕਸ਼ਨ ਹੈ, ਡਾਇਰੈਕਸ਼ਨ ਦਾ ਮਤਲਬ ਡਾਇਰੈਕਸ਼ਨ ਆਫ ਪ੍ਰੋਪਗੇਸ਼ਨ ਨਹੀਂ ਕਹਿ ਰਿਹਾ, ਡਾਇਰੈਕਸ਼ਨ ਆਫ ਵਾਈਬ੍ਰੇਸ਼ਨ ਕਹਿ ਰਿਹਾ। तो आ ਜਿਹੜਾ पोर्शन है ਇਹਦਾ मतलब है कि इस वक्त पार्टिकल ऊपर ਨੂੰ जा रहा, और ਇਹਦਾ मतलब है भी इस वक्त पार्टिकल नीचे ਨੂੰ जा रहा। तो अगर ऊपर वाली डायरेक्शन पॉजिटिव है तो नीचे वाली नेगेटिव है। ਇਹਦਾ मतलब की होएगा भी अगर मान लो आ एक वेव है और आ दूसरी वेव है, तो प्लस नाल प्लस मोर प्लस वड्डा प्लस मतलब वड्डी टर्म हो जू, माइनस ते माइनस मिलके वड्डा माइनस हो जाए। वड्डा माइनस मतलब छोटा, वो तो ऐ नहीं माइनस वड्डा कर देना, वड्डी मीन्स ज्यादा नेगेटिव, मोर नेगेटिव। प्लस प्लस दो टर्म्स प्लस वालियां, प्लस 7 प्लस 4 प्लस 11, तो -7 -4 -11 ज्यादा नेगेटिव। तो और ਇਹਦਾ उल्ट जे मान लो ਜਦੋਂ ਪਹਿਲੀ ਵੇਵ ਲੰਘ ਰਹੀ ਹੈ ਉਹ ਇਦਾਂ ਆ, और ਉਹਦੇ ਨਾਲ ਜਿਹੜੀ ਦੂਜੀ ਵੇਵ ਲੰਘ ਰਹੀ ਹੈ ਉਹ ਇਦਾਂ ਆ। मतलब मीडियम ਚ ਜਦੋਂ ਪਹਿਲੀ ਵੇਵ ਇਹ ਆ ਦੂਸਰੀ ਆ ਆ ਉਸੇ ਵਕਤ, ਤਾਂ ਹੁਣ ਆ प्लस है आ माइनस, तो इट मींस छोटा माइनस। छोटा माइनस मींस भी जे +7 है और ये -4 है तो +3 रह गया, प्लस छोटा हो गया ना। तो -7 +4 -3 मतलब ਇੱਥੇ ਇੱਕ ਦੂਜੇ ਨੂੰ ਕੈਨਸਲ ਆਊਟ ਹੋ ਰਹੀਆਂ, ਇੱਥੇ ਇੱਕ ਦੂਜੇ ਨੂੰ ਸਪੋਰਟ ਕਰ ਰਹੀਆਂ। तो वेव्स ਜਦੋਂ ਇੱਕ ਮੀਡੀਅਮ 'ਚ ਇੱਕੋ ਟਾਈਮ ਤੇ ਦੋ ਜਾਂ ਦੋ ਤੋਂ ਜ਼ਿਆਦਾ ਵੇਵਸ ਲੰਘਦੀਆਂ ਵਾ, ਤਾਂ ਉਹਦਾ ਇਫੈਕਟ ਕੀ ਹੋਊਗਾ, ਉਹ ਡਿਪੈਂਡ ਕਰੂਗਾ ਕੱਲੇ ਕੱਲੀ ਡਿਸਪਲੇਸਮੈਂਟ ਦੇ ਉੱਪਰ ਵੀ ਉਸ ਵਕਤ ਤੋਂ ਪਲੱਸ ਹੈ ਕਿ ਮਾਈਨਸ ਹੈ। ਸੋ ਇਸ ਕਰਕੇ ਇਹ ਰਿਜ਼ਲਟੈਂਟ ਲਿਖਿਆ ਆਪਾਂ y ਇਜ਼ ਇਕੁਅਲ ਟੂ। ਹੁਣ ਇਹਦੇ ਨਾਲ ਨੋਟ ਕਰਕੇ ਲਿਖ ਲਓ लिखो whenever two or more than two, whenever two or more than two waves are propagating through a given medium, then displacement due to any wave, किसी wave की displacement is independent of the presence of other waves।
ਇਹਦਾ ਕੀ ਮੀਨਿੰਗ ਹੈ? ਇਹਦਾ ਮੀਨਿੰਗ ਇਹ ਹੈ ਪੁੱਤਰ, ਦੇਖੋ ਇਸ ਐਕਸਪ੍ਰੈਸ਼ਨ ਚ ਜੇ ਆਪਾਂ ਕਹੀਏ ਕਿ ਮੀਡੀਅਮ ਚ 4 ਵੇਵਸ ਲੰਘ ਰਹੀਆਂ ਤਾਂ ਪਹਿਲੀ ਵੇਵ ਕਰਕੇ ਕਿੰਨੀ ਡਿਸਪਲੇਸਮੈਂਟ ਪੈਦਾ ਹੋ ਰਹੀ ਹੈ, ਦੂਜੀ ਕਰਕੇ, ਤੀਜੀ ਕਰਕੇ y4, है ना? ਤੇ ਟੋਟਲ ਡਿਸਪਲੇਸਮੈਂਟ ਹੈ, ਨੈਟ ਡਿਸਪਲੇਸਮੈਂਟ ਹੈ y। ਇਹ ਗੱਲ ਹੈ। ਹੁਣ ਇਹ ਜਦੋਂ ਚਾਰੋਂ ਵੇਵਸ ਲੰਘ ਰਹੀਆਂ, ਚਾਰਾਂ ਦੀ ਪ੍ਰੈਜ਼ੈਂਸ ਚ ਵੀ ਪਹਿਲੀ ਵੇਵ ਦੇ ਕਾਰਨ ਡਿਸਪਲੇਸਮੈਂਟ y1 ਹੈ, ਔਰ ਅਗਰ ਬਾਕੀ ਤਿੰਨ ਦੂਸਰੀ ਤੀਸਰੀ ਚੌਥੀ ਨੂੰ ਹਟਾ ਵੀ ਦਈਏ ਤਾਂ ਵੀ ਪਹਿਲੀ ਵੇਵ ਦੇ ਕਾਰਨ ਡਿਸਪਲੇਸਮੈਂਟ y1 ਹੀ ਰਹਿਣੀ ਹੈ। ਤਾਂ ਇਹਦਾ ਮਤਲਬ ਕਿ ਜਦੋਂ ਵੇਵ ਨੇ ਲੰਘਣਾ ਵਾ ਤਾਂ ਉਹਨੇ ਪਾਰਟੀਕਲ ਨੂੰ ਆਪਣੇ ਹਿਸਾਬ ਨਾਲ ਡਿਸਪਲੇਸ ਕਰਾਣਾ ਵਾ, ਤੇ ਚਾਹੇ ਬਾਕੀ ਵੇਵਸ ਪ੍ਰੈਜ਼ੈਂਟ ਹੋਣ ਜਾਂ ਨਾ ਹੋਣ, ਉਹਦਾ ਕੋਈ ਫਰਕ ਨਹੀਂ ਪੈਣਾ। ਸੋ ਇਹ ਗੱਲ ਆਪਾਂ ਹੁਣ ਲਿਖੀ ਹੈ, ਔਰ ਇਹ ਸਾਰੀ ਜਿਹੜੀ ਅੱਜ ਦੀ ਡਿਸਕਸ਼ਨ ਹੈ, ਇਹਦੇ ਵਿੱਚੋਂ ਡਾਇਰੈਕਟ ਤਾਂ ਕਿਸੇ ਨੇ ਕੁਝ ਨਹੀਂ ਪੁੱਛਣਾ, ਸਿਰਫ ਪੁੱਛਣਾ ਇਹ ਹੈ ਵੱਧ ਤੋਂ ਵੱਧ MCQ ਚ ਕਿ ਅਗਰ ਕੋਈ ਵੇਵ ਡੈਂਸਰ ਮੀਡੀਅਮ ਤੋਂ ਰਿਫਲੈਕਟ ਹੋ ਰਹੀ ਹੈ ਤਾਂ ਫੇਸ ਚੇਂਜ ਕਿੰਨਾ ਹੋਏਗਾ, ਜੇ ਨਹੀਂ ਹੋ ਰੇਅਰ ਤੋਂ ਹੋ ਰਹੀ ਹੈ ਤਾਂ ਕਿੰਨਾ ਹੋਏਗਾ, ਬਸ ਇੰਨੀ ਗੱਲ ਹੈ। ਪਰ ਇਹ ਸਾਰੀ ਡਿਸਕਸ਼ਨ ਨੇ ਹੁਣ ਬੇਸ ਬਣਨਾ ਵਾ, ਜਿਹੜਾ ਪੁੱਛਣਾ ਵਾ ਪੇਪਰ ਚ ਆਣਾ ਹੀ ਆਣਾ। ਹੈਡਿੰਗ ਲਿਖ ਲਓ, स्टेशनरी और स्टैंडिंग वेव्स। स्टेशनरी और स्टैंडिंग वेव्स। जबकि एक टर्म आपा पढ़ी है प्रोग्रेसिव वेव। प्रोग्रेसिव वेव की हाँ हुण जिहड़ी कल्ली वेव है ना सिंगल वेव वो प्रोग्रेसिव ही है, ते जिहड़ी जिथे दो वेव्स आ गई उत्थे हालात की बनने हैं तो वो डिपेंड करेगा सिचुएशन ते। हुण जिद्दां मान लो एक बंदा वा पढ़न वाला वा है ना, वो पढ़ी जांदा ते हाँ मतलब उहदा ध्यान अपने टारगेट वाल है, पर मान लो उहदा कोई साथी इदां दा आ गया भी वो कहे छड्ड कोई पढ़न लिखन का नहीं फायदा, कनेडा का वीज़ा लग जाता उत्थे जाके है ना मेहनत करांगे नोट ही कमाने आ, ठीक है कि नहीं। हुण उहदा इंपैक्ट की होना वा भी हो सकता वो पढ़ना छड्ड दे, या वो कहे नहीं भी मैं पढ़ना ही है भी तेरा इन्फ्लुएंस मेरे ते नहीं पै रहा। दोनों ही चीज़ां हो सकदियां हैं, थोड़ा पै गया पढ़ना घट करता, या कहे की पढ़ता रहना वा फिल्म लगी आ चलते हैं आ है ना, तो इदां दियां गेड़ी मार आने करते ही है ना आपां। वो इन्फ्लुएंस मतलब जिथे दो चीज़ां तीन मिल गई ना उत्थे फिर उन्हां दा इंपैक्ट भी हो सकता वा, पर वो होना की है वो सिचुएशन डिसाइड करू। तो हुण स्टैंडिंग वेव या स्टेशनरी वेव, प्रोग्रेसिव वेव अगे वधन वाली वेव, स्टैंडिंग वेव खड़ गई रुक गई है ना। हुण रुकन का कंसैप्ट की है, वेव की कर रही सी, कल्ली वेव अगे नूं वध रही सी, एनर्जी नूं अगे भेज रही सी थ्रू आउट, और उहदे च हो की रहा सीगा कि कल्ला कल्ला पार्टिकल मीडियम दा स्टैप बाय स्टैप वाइब्रेट हो रहा सी, और अलोंग द डायरेक्शन ऑफ प्रोपोगेशन की हो रही सी, फेज घट रहा सी। पर स्टैंडिंग वेव या स्टेशनरी वेव का की मतलब है, हुण देखो कल्ली वेव कभी भी प्रोग्रेसिव सॉरी स्टैंडिंग नहीं हो सकती। स्टैंडिंग या स्टेशनरी वेव कदों बननी है, तो लिखो व्हेन टू waves of same nature, सेम नेचर का मतलब जे पहली वेव ट्रांसवर्स है तो दूसरी भी ट्रांसवर्स, जे पहली लॉन्गिट्यूडनल है तो दूसरी भी। तो व्हेन टू वेव्स ऑफ सेम नेचर कॉमा हैविंग equal wavelengths,
ਦੋਨਾਂ ਦੀ ਵੇਵਲੈਂਥ ਕੀ ਚਾਹੀਦੀ ਹੈ? ਬਰਾਬਰ, ਬਟ traveling in opposite directions या propagating कर सकते हैं. Traveling in opposite directions are superimposed on each other. Then the resultant wave is called standing or stationary wave. Standing or stationary wave. तो इथों गल क्लियर हो गई कि स्टैंडिंग या स्टेशनरी वेव सिंगल नहीं है. ये किथे बनेगी? जिथे दो वेव्स मिलणगियां. केड़ियां दो वेव्स? सेम नेचर दियां, इक्वल वेवलेंथ दियां ते ऑपोजिट चल रही होण, तां इन्हां ने स्टैंडिंग वेव बनानी. हुण स्टैंडिंग वेव दे विच की होएगा? ਇਹਦਾ नाम स्टैंडिंग क्यों है, स्टेशनरी क्यों है? क्योंकि आपां देखांगे कल ही कि इंपॉर्टेंट बड़े टॉपिक पुत्तर 2 दिन हुण लगने आ ते ये टॉपिक पेपर च आना ही आना ते एक लास्ट रह जाना बीट्स, वो 1 दिन लगना वा. तो 3 दिन की खेड आ हुण सारी जिहड़ी है ना. ਉਹਦੇ ਨਾਲ ਇਹ ਆ ਵੀ ਸਿਲੇਬਸ ਆਪਣਾ खत्म हो जू. और संडे को छुट्टी नहीं संडे नहीं छुट्टी. आपने कहा था सर अगले संडे से नहीं आना पड़ेगा, आपने कहा था. तो कितनी बारी मैं मुक रहा? पहली बारी है. तो हुण कहीदा ही नहीं है भी लास्ट हुण देखो. तो ਜਿਹੜਾ ਤੁਹਾਡਾ ਟੈਸਟ ਹੋਏਗਾ ਉਹ ਮੰਡੇ ਨੂੰ ਹੋਣਾ. ਹੁਣ ਮੁੱਕਰ ਗਿਆ ਨਾ ਉਹ ਵੀ. ਹੁਣ ਇਹਦੇ 'ਚ ਨਹੀਂ ਆਬਜੈਕਸ਼ਨ ਹੋਣਾ ਕਿਸੇ ਨੂੰ. ਠੀਕ ਹੈ. तो मंडे ਨੂੰ ਟੈਸਟ ਹੋਣਾ. ਕਾਰਨ ਇਹ ਹੈ ਕਿ ਸੰਡੇ ਤੱਕ ਆਪਾਂ ਮੈਨੂੰ ਲੱਗਦਾ ਸਮ ਅਪ ਹੋ ਜੂ ਸਾਰਾ. ਠੀਕ ਹੈ. ਅੱਜ ਸ਼ਾਮੀ ਵੀ ਕਲਾਸ ਹੈ ਨਹੀਂ, ਕੱਲ ਨੂੰ ਹੋਏਗੀ.